ਸਤਿ ਸ਼੍ਰੀ ਅਕਾਲ ਜੀ। ਮੇਰਾ ਪਤੀ ਇੱਕ ਨਾਮਰਦ ਸੀ, ਪਰ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ ਕਿਉਂਕਿ ਉਹ ਬਹੁਤ ਵਧੀਆ ਇਨਸਾਨ ਸੀ ਤੇ ਉਸ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਇੱਕ ਦਿਨ ਮੈਨੂੰ ਚੱਕਰ ਆਇਆ ਤਾਂ ਮੇਰਾ ਪਤੀ ਡਾਕਟਰ ਦੇ ਕੋਲ ਲੈ ਗਿਆ। ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਸੀ। ਮੇਰੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਮੇਰੇ ਪਤੀ ਨੇ ਜੋ ਮੇਰੇ ਨਾਲ ਕੀਤਾ ਉਹ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ, ਕਿਉਂਕਿ ਮੇਰਾ ਨਾਮ ਹਰਜੀਤ ਹੈ। ਮੇਰੀ ਉਮਰ 35 ਤੋਂ 36 ਸਾਲ ਹੋ ਚੁੱਕੀ ਸੀ, ਪਰ ਅਜੇ ਤੱਕ ਮੇਰਾ ਵਿਆਹ ਨਹੀਂ ਹੋਇਆ ਸੀ ਕਿਉਂਕਿ ਮੇਰੇ ਮਾਂ-ਬਾਪ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਤੇ ਮੇਰੇ ਉੱਤੇ ਮੇਰੀਆਂ 2 ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਸੀ। ਮੈਂ ਛੋਟੀ-ਮੋਟੀ ਨੌਕਰੀ ਕਰਕੇ ਆਪਣੀਆਂ ਭੈਣਾਂ ਦਾ ਪੇਟ ਪਾਲ ਰਹੀ ਸੀ। ਕੁਝ ਟਾਈਮ ਬਾਅਦ ਮੈਂ ਆਪਣੀਆਂ ਭੈਣਾਂ ਦਾ ਵਿਆਹ ਕਰ ਦਿੱਤਾ। ਆਪਣੀਆਂ ਦੋਹਾਂ ਭੈਣਾਂ ਦੇ ਵਿਆਹ ਤੋਂ ਬਾਅਦ ਮੈਂ ਘਰ ਵਿੱਚ ਇਕੱਲੀ ਰਹਿ ਗਈ। ਮਾਂ-ਬਾਪ ਦਾ ਸਾਇਆ ਤਾਂ ਪਹਿਲਾਂ ਹੀ ਉੱਠ ਗਿਆ ਸੀ ਤੇ ਹੁਣ ਭੈਣਾਂ ਵੀ ਪਰਾਈਆਂ ਹੋ ਚੁੱਕੀਆਂ ਸੀ। ਇਕੱਲੇਪਨ ਦੀ ਵਜ੍ਹਾ ਕਰਕੇ ਹੁਣ ਮੈਨੂੰ ਵੀ ਕਿਸੇ ਦੇ ਸਾਥ ਦੀ ਜ਼ਰੂਰਤ ਸੀ। ਮੈਨੂੰ ਆਪਣੀ ਜ਼ਿੰਦਗੀ ਵਿੱਚ ਅਜਿਹੇ ਸਾਥੀ ਦੀ ਜ਼ਰੂਰਤ ਸੀ ਜੋ ਮੇਰੀ ਤਨਹਾਈ ਨੂੰ ਦੂਰ ਕਰ ਸਕੇ ਤੇ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ। ਮੇਰੀ ਉਮਰ ਜ਼ਿਆਦਾ ਹੋਣ ਕਰਕੇ ਕੋਈ ਮੇਰੇ ਲਈ ਰਿਸ਼ਤਾ ਵੀ ਨਹੀਂ ਆਉਂਦਾ ਸੀ। ਮੇਰੇ ਦਿਨ ਇਸ ਤਰ੍ਹਾਂ ਹੀ ਗੁਜ਼ਰ ਰਹੇ ਸੀ। ਫਿਰ ਇੱਕ ਦਿਨ ਮੈਂ ਬਾਜ਼ਾਰ ਗਈ, ਉੱਥੇ ਮੇਰੀ ਪੁਰਾਣੀ ਸਹੇਲੀ ਮਿਲ ਗਈ। ਅਸੀਂ ਦੋਨੇ ਇੱਕ ਦੂਜੇ ਨੂੰ ਬਹੁਤ ਚਿਰਾਂ ਬਾਅਦ ਮਿਲੀਆਂ ਸੀ। ਉਸ ਦਾ ਵਿਆਹ ਹੋ ਗਿਆ ਸੀ ਤੇ ਇਸ ਦੇ ਬੱਚੇ ਵੀ ਹੋ ਗਏ ਸੀ। ਉਸ ਨੇ ਅਚਾਨਕ ਮੇਰੇ ਵਿਆਹ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਸਭ ਸੱਚ ਦੱਸ ਦਿੱਤਾ। ਗੱਲਾਂ-ਗੱਲਾਂ ਵਿੱਚ ਉਸ ਨੇ ਦੱਸਿਆ ਕਿ ਉਹਦਾ ਇੱਕ ਭਰਾ ਹੈ ਜਿਸ ਦੀ ਉਮਰ ਕਰੀਬ 40 ਸਾਲ ਹੋ ਗਈ ਹੈ ਤੇ ਉਸ ਦਾ ਵਿਆਹ ਵੀ ਹੋ ਗਿਆ ਸੀ, ਪਰ ਉਸ ਦੀ ਪਤਨੀ ਇਸ ਲਈ ਛੱਡ ਕੇ ਚਲੀ ਗਈ ਕਿਉਂਕਿ ਉਸ ਦਾ ਭਰਾ ਆਪਣੀ ਪਤਨੀ ਨੂੰ ਔਲਾਦ ਦੀ ਖੁਸ਼ੀ ਨਹੀਂ ਦੇ ਸਕਦਾ ਸੀ। ਮੇਰੀ ਸਹੇਲੀ ਦੇ ਘਰ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਸੀ, ਬਸ ਇੱਕ ਕਮੀ ਸੀ ਕਿ ਉਸ ਦਾ ਭਰਾ ਔਲਾਦ ਪੈਦਾ ਨਹੀਂ ਕਰ ਸਕਦਾ ਸੀ। ਉਹ ਮੇਰੇ ਨਾਲ ਇਹ ਸਭ ਗੱਲਾਂ ਕਰ ਹੀ ਰਹੀ ਸੀ ਕਿ ਮੇਰੇ ਮੂੰਹ ਚੋਂ ਨਿਕਲ ਗਿਆ ਕਿ ਤੂੰ ਆਪਣੇ ਭਰਾ ਨਾਲ ਮੇਰਾ ਵਿਆਹ ਕਰਵਾ ਦੇ। ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਤੇਰੇ ਭਰਾ ਨੂੰ ਛੱਡ ਕੇ ਕਦੇ ਨਹੀਂ ਜਾਵਾਂਗੀ ਤੇ ਨਾ ਹੀ ਕਦੇ ਕਿਸੇ ਗੱਲ ਦੇ ਤਾਨੇ ਦੇਵਾਂਗੀ। ਮੇਰੀਆਂ ਗੱਲਾਂ ਸੁਣ ਕੇ ਮੇਰੀ ਸਹੇਲੀ ਹੈਰਾਨ ਹੋ ਗਈ। ਉਸ ਨੇ ਕਿਹਾ, ਇੰਨੀ ਵੱਡੀ ਸੱਚਾਈ ਜਾਣ ਕੇ ਵੀ ਤੂੰ ਮੇਰੇ ਭਰਾ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ? ਮੈਂ ਉਸ ਨੂੰ ਕਿਹਾ, ਇਸ ਤਰ੍ਹਾਂ ਜੀਣ ਨਾਲੋਂ ਚੰਗਾ ਮੈਂ ਤੇਰੇ ਭਰਾ ਦਾ ਸਹਾਰਾ ਬਣਾ ਤੇ ਉਹ ਮੇਰਾ। ਅਖੀਰ ਮੈਂ ਕਦੋਂ ਤੱਕ ਇਕੱਲੀ ਰਹਾਂਗੀ? ਮੇਰਾ ਹਾਲ ਤਾਂ ਅਜਿਹਾ ਹੈ ਕਿ ਜੇ ਮੈਂ ਮਰ ਵੀ ਗਈ ਤਾਂ ਕਿਸੇ ਨੂੰ ਕੰਨੋ-ਕੰਨੀ ਖਬਰ ਤੱਕ ਨਹੀਂ ਹੋਣੀ। ਮੇਰੀ ਸਹੇਲੀ ਮੇਰਾ ਇਹ ਫੈਸਲਾ ਸੁਣ ਕੇ ਬਹੁਤ ਖੁਸ਼ ਹੋਈ ਕਿਉਂਕਿ ਘਰ ਵਿੱਚ ਕਿਸੇ ਔਰਤ ਦੀ ਜ਼ਰੂਰਤ ਸੀ। ਉਸ ਦੀ ਮਾਂ ਬਹੁਤ ਸਮਾਂ ਪਹਿਲਾਂ ਮਰ ਗਈ ਸੀ ਤੇ ਉਸ ਦਾ ਭਰਾ ਆਪਣੇ ਬੁੱਢੇ ਬਾਪ ਨਾਲ ਰਹਿੰਦਾ ਸੀ। ਉਸ ਨੇ ਕਿਹਾ, ਮੈਂ ਆਪਣੇ ਭਰਾ ਨੂੰ ਪੁੱਛ ਕੇ ਦੱਸਦੀ ਹਾਂ। ਵੈਸੇ ਵੀ ਇਹ ਵਿਆਹ ਤੂੰ ਪੱਕਾ ਹੀ ਸਮਝੀ ਕਿਉਂਕਿ ਮੇਰੇ ਭਰਾ ਨੂੰ ਤੇਰੇ ਜਿਹੀ ਕੁੜੀ ਦੀ ਜ਼ਰੂਰਤ ਆ। ਫਿਰ ਇੱਕ ਦਿਨ ਮੇਰੀ ਸਹੇਲੀ ਮੇਰੇ ਘਰ ਆਈ ਤੇ ਉਹ ਬਹੁਤ ਖੁਸ਼ ਸੀ। ਉਸ ਨੇ ਕਿਹਾ, ਮੇਰਾ ਭਰਾ ਇਹ ਵਿਆਹ ਕਰਨ ਨੂੰ ਤਿਆਰ ਹੈ, ਪਰ ਸਾਡੀ ਇੱਕ ਸ਼ਰਤ ਹੈ। ਮੈਂ ਘਬਰਾ ਕੇ ਪੁੱਛਿਆ, ਕੀ? ਉਸ ਨੇ ਕਿਹਾ, ਮੇਰਾ ਭਰਾ ਚਾਹੁੰਦਾ ਹੈ ਕਿ ਦੁਨੀਆ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਕਿ ਉਹ ਨਾਮਰਦ ਹੈ। ਮੈਂ ਕਿਹਾ, ਬਸ ਇੰਨੀ ਕੋਈ ਗੱਲ, ਤੁਸੀਂ ਬੇਫਿਕਰ ਹੋ ਜਾਵੋ। ਅਗਲੇ ਕੁਝ ਦਿਨਾਂ 'ਚ ਮੇਰਾ ਤੇ ਸੁਰਜੀਤ ਦਾ ਵਿਆਹ ਹੋ ਗਿਆ। ਲੋਕ ਤਾਂ ਇਹ ਦੇਖ ਕੇ ਹੈਰਾਨ ਸੀ ਕਿ ਇਕੱਲੀ ਕੁੜੀ ਦਾ ਇੰਨਾ ਵਧੀਆ ਰਿਸ਼ਤਾ ਕਿੱਥੋਂ ਆ ਗਿਆ। ਮੈਂ ਵਿਆਹ ਤੋਂ ਬਾਅਦ ਜਦੋਂ ਸੁਰਜੀਤ ਦੇ ਘਰ ਆਈ ਤਾਂ ਇਹ ਦੇਖ ਕੇ ਹੈਰਾਨ ਸੀ ਕਿ ਸੁਰਜੀਤ ਦਾ ਘਰ ਆਲੀਸ਼ਾਨ ਬੰਗਲਾ ਸੀ। ਮੇਰਾ ਕਮਰਾ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ। ਮੈਂ ਅੰਦਰ ਬੈਠੀ ਤਾਂ ਸੁਰਜੀਤ ਕਮਰੇ ਵਿੱਚ ਆਏ, ਪਰ ਉਹਨਾਂ ਦੇ ਅੰਦਰ ਇੱਕ ਝਿਜਕ ਸੀ। ਉਹਨਾਂ ਨੂੰ ਆਪਣੇ ਅੰਦਰ ਦੀ ਕਮੀ ਦਾ ਡਰ ਸੀ, ਪਰ ਮੈਂ ਇੱਕ ਮੈਚਿਓਰ ਔਰਤ ਸੀ। ਮੈਂ ਉਸ ਦਾ ਹੱਥ ਫੜ ਕੇ ਕਿਹਾ, ਤੁਸੀਂ ਪਰੇਸ਼ਾਨ ਨਾ ਹੋ, ਇਹ ਗੱਲ ਮੈਂ ਆਪਣੇ ਕਮਰੇ ਤੋਂ ਬਾਹਰ ਕਦੇ ਨਹੀਂ ਜਾਣ ਦੇਵਾਂਗੀ ਤੇ ਨਾ ਹੀ ਕਦੇ ਇਸ ਗੱਲ ਦਾ ਜ਼ਿਕਰ ਕਰਾਂਗੀ। ਮੇਰਾ ਇੰਨਾ ਕਹਿਣ ਤੇ ਸੁਰਜੀਤ ਦਾ ਚਿਹਰਾ ਖਿੜ ਉੱਠਿਆ ਤੇ ਉਹ ਕਹਿਣ ਲੱਗੇ, ਤੈਨੂੰ ਦੇਖ ਕੇ ਲੱਗਦਾ ਹੁਣ ਮੇਰੀ ਜ਼ਿੰਦਗੀ ਵਿੱਚ ਮੈਨੂੰ ਸਭ ਕੁਝ ਮਿਲ ਗਿਆ। ਫਿਰ ਸੁਰਜੀਤ ਆਪਣੀ ਪਹਿਲੀ ਪਤਨੀ ਬਾਰੇ ਦੱਸਣ ਲੱਗੇ ਕਿ ਸਾਡੇ ਵਿਆਹ ਹੋਏ ਨੂੰ 1 ਸਾਲ ਲੰਘ ਗਿਆ ਪਰ ਬੱਚਾ ਨਾ ਹੋਇਆ। ਅਸੀਂ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਮੇਰੇ ਵਿੱਚ ਹੀ ਕਮੀ ਦੱਸੀ ਤੇ ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ। ਤਾਂ ਹੀ ਮੈਂ ਦੁਬਾਰਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਸੀ ਜੋ ਵੀ ਕੋਈ ਮੇਰੀ ਜ਼ਿੰਦਗੀ ਵਿੱਚ ਆਈ ਉਸਨੇ ਫਿਰ ਛੱਡ ਕੇ ਚਲੇ ਜਾਣਾ ਤੇ ਮੈਂ ਵਾਰ-ਵਾਰ ਨਹੀਂ ਟੁੱਟਣਾ ਚਾਹੁੰਦਾ ਸੀ। ਮੇਰੇ ਦਿਲ ਵਿੱਚ ਵੀ ਬੱਚੇ ਦੀ ਤਮੰਨਾ ਸੀ, ਪਰ ਮੈਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਪਤਾ ਸੀ ਕਿ ਮੇਰਾ ਪਤੀ ਕਦੇ ਬਾਪ ਨਹੀਂ ਬਣ ਸਕਦਾ। ਇਸ ਲਈ ਮੈਂ ਔਲਾਦ ਦੀ ਖਵਾਇਸ਼ ਨੂੰ ਆਪਣੇ ਅੰਦਰ ਹੀ ਮਾਰ ਦਿੱਤਾ ਅਤੇ ਸੁਰਜੀਤ ਨੂੰ ਯਕੀਨ ਦਿਵਾਇਆ ਕਿ ਮੈਂ ਤੇਰੇ ਤੋਂ ਬੱਚੇ ਦੀ ਖਵਾਇਸ਼ ਨਹੀਂ ਰੱਖਾਂਗੀ। ਦਿਨ ਗੁਜ਼ਰਦੇ ਗਏ ਤੇ ਮੈਂ ਸੁਰਜੀਤ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾਉਂਦੀ ਜਾ ਰਹੀ ਸੀ। ਇੱਕ ਦਿਨ ਅਸੀਂ ਟੇਬਲ ਤੇ ਬੈਠ ਕੇ ਖਾਣਾ ਖਾ ਰਹੇ ਸੀ ਕਿ ਮੈਨੂੰ ਚੱਕਰ ਆਉਣ ਲੱਗੇ ਤੇ ਮੈਂ ਡਿੱਗਦੀ ਬਚੀ। ਸੁਰਜੀਤ ਮੈਨੂੰ ਡਾਕਟਰ ਦੇ ਕੋਲ ਲੈ ਗਏ। ਜਦੋਂ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤਾਂ ਉਹਨਾਂ ਨੇ ਕਿਹਾ,
ਉਹ ਸੁਣ ਕੇ ਮੈਂ ਤੇ ਮੇਰਾ ਪਤੀ ਸੁੰਨ ਹੀ ਹੋ ਗਿਆ। ਡਾਕਟਰ ਨੇ ਖੁਸ਼ ਹੋ ਕੇ ਕਿਹਾ ਕਿ ਤੂੰ ਮਾਂ ਬਣਨ ਵਾਲੀ ਆ। ਮੈਂ ਤੇ ਸੁਰਜੀਤ ਇੱਕ ਦੂਜੇ ਨੂੰ ਅਜੀਬ ਨਜ਼ਰਾਂ ਨਾਲ ਵੇਖਣ ਲੱਗੇ, ਕਿਉਂਕਿ ਮੈਨੂੰ ਤੇ ਸੁਰਜੀਤ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੁਰਜੀਤ ਕਦੇ ਬਾਪ ਨਹੀਂ ਬਣ ਸਕਦਾ ਸੀ। ਤੇ ਫਿਰ ਇਹ ਬੱਚਾ ਕਿਸ ਦਾ ਸੀ? ਆਖਿਰ ਮੈਂ ਪ੍ਰੈਗਨੈਂਟ ਕਿਵੇਂ ਹੋਈ? ਡਾਕਟਰ ਦੇ ਹੱਥ ਵਿੱਚੋਂ ਸੁਰਜੀਤ ਨੇ ਰਿਪੋਰਟ ਲਈ ਤੇ ਬਿਨਾਂ ਕੁਝ ਕਹੇ ਮੈਨੂੰ ਬਾਂਹ ਤੋਂ ਫੜ ਕੇ ਗੱਡੀ ਤੱਕ ਲੈ ਆਏ ਤੇ ਇੰਨੇ ਗੁੱਸੇ ਵਿੱਚ ਗੱਡੀ ਇੰਨੀ ਤੇਜ਼ ਚਲਾਈ ਕਿ ਮੈਂ ਡਰ ਗਈ। ਮੈਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਹੋ ਕੀ ਰਿਹਾ। ਘਰੇ ਮੇਰੇ ਸਹੁਰਾ ਸਾਹਿਬ ਸਾਡਾ ਇੰਤਜ਼ਾਰ ਕਰ ਰਹੇ ਸੀ। ਸਾਡੇ ਘਰ ਆਉਂਦਿਆਂ ਹੀ ਉਹਨਾਂ ਨੇ ਫਿਕਰ ਨਾਲ ਪੁੱਛਿਆ, ਕੀ ਦੱਸਿਆ ਡਾਕਟਰ ਨੇ? ਸੁਰਜੀਤ ਨੇ ਗੁੱਸੇ ਵਿੱਚ ਕਿਹਾ, ਤੁਹਾਡੀ ਨੂੰ ਮਾਂ ਬਣਨ ਵਾਲੀ ਆ, ਜਦ ਕਿ ਮੈਂ ਬਹੁਤ ਚੰਗੇ ਤਰੀਕੇ ਨਾਲ ਜਾਣਦਾ ਹਾਂ ਕਿ ਇਹ ਬੱਚਾ ਮੇਰਾ ਨਹੀਂ ਆ। ਸੁਰਜੀਤ ਦੀਆਂ ਗੱਲਾਂ ਸੁਣ ਕੇ ਮੇਰੇ ਸਹੁਰਾ ਸਾਹਿਬ ਹੈਰਾਨਗੀ ਨਾਲ ਪੁੱਛਣ ਲੱਗੇ, ਇਹ ਕੀ ਕਹਿ ਰਿਹਾ ਤੂੰ? ਮੈਂ ਹਾਲ ਵਿੱਚ ਸੋਫੇ ਤੇ ਬੈਠ ਗਈ, ਕਿਉਂਕਿ ਮੇਰੇ ਵਿੱਚ ਹੁਣ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਸੀ, ਕਿਉਂਕਿ ਮੈਂ ਬੇਕਸੂਰ ਸੀ, ਲੇਕਿਨ ਮੇਰਾ ਪਤੀ ਚੀਕ ਕੇ ਮੈਨੂੰ ਬੇਇੱਜ਼ਤ ਕਰ ਰਿਹਾ ਸੀ। ਸੁਰਜੀਤ ਦੀਆਂ ਗੱਲਾਂ ਸੁਣ ਕੇ ਮੇਰਾ ਸਹੁਰਾ ਸਾਹਿਬ ਗੁੱਸੇ ਵਿੱਚ ਬੋਲੇ, ਕੁਝ ਤਾਂ ਸੋਚ ਸਮਝ ਕੇ ਗੱਲ ਕਰਿਆ ਕਰ। ਆਪਣੀ ਪਤਨੀ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਕੁਝ ਤਾਂ ਸ਼ਰਮ ਕਰ। ਆਪਣੇ ਸਹੁਰੇ ਸਾਹਿਬ ਦੀਆਂ ਗੱਲਾਂ ਸੁਣ ਕੇ ਮੈਨੂੰ ਥੋੜੀ ਹਿੰਮਤ ਮਿਲੀ। ਮੈਂ ਰੋਂਦੀ ਰੋਂਦੀ ਨੇ ਕਿਹਾ, ਸੁਰਜੀਤ ਨੂੰ ਕਿਹਾ ਕਿ ਮੈਂ ਨਹੀਂ ਜਾਣਦੀ ਕਿ ਇਹ ਬੱਚਾ ਮੇਰੇ ਪੇਟ ਵਿੱਚ ਕਿਵੇਂ ਆਇਆ, ਕਿਉਂਕਿ ਮੇਰੀ ਜ਼ਿੰਦਗੀ ਵਿੱਚ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਆ। ਸੁਰਜੀਤ ਨੇ ਗੁੱਸੇ ਵਿੱਚ ਕਿਹਾ, ਤੂੰ ਤਾਂ ਚੁੱਪ ਹੀ ਰਹਿ। ਅੱਜ ਮੈਨੂੰ ਪਤਾ ਲੱਗਿਆ ਤੇਰਾ ਵਿਆਹ ਕਿਉਂ ਨਹੀਂ ਹੋ ਰਿਹਾ ਸੀ, ਤੇ ਤੂੰ ਮੇਰੇ ਨਾਲ ਵਿਆਹ ਕਰਕੇ ਇਸ ਕਰਕੇ ਕੀਤਾ ਕਿਉਂਕਿ ਤੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਬਾਪ ਨਹੀਂ ਬਣ ਸਕਦਾ। ਇਸ ਕਰਕੇ ਮੈਂ ਤੇਰਾ ਹਰ ਜ਼ੁਲਮ ਮਾਫ਼ ਕਰ ਦਿਉਂ, ਪਰ ਤੂੰ ਗਲਤ ਸੀ। ਮੈਂ ਇੰਨਾ ਬੇਵਕੂਫ ਨਹੀਂ ਆ ਕਿ ਮੈਂ ਕਿਸੇ ਦੂਸਰੇ ਦੇ ਬੱਚੇ ਨੂੰ ਆਪਣਾ ਨਾਂ ਦੇਵਾਂ। ਸਹੁਰਾ ਸਾਹਿਬ ਨੇ ਸੁਰਜੀਤ ਨੂੰ ਸਮਝਾਇਆ, ਪਰ ਉਹ ਕਿੱਥੇ ਸਮਝਣ ਵਾਲੇ ਸੀ। ਉਹ ਤਾਂ ਅੱਜ ਗੁੱਸੇ ਵਿੱਚ ਸੁੱਧ ਬੁੱਧ ਖੋ ਬੈਠਾ ਸੀ। ਉਸ ਨੇ ਮੇਰਾ ਹੱਥ ਫੜ ਕੇ ਅੱਧੀ ਰਾਤ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਮੈਂ ਰੋਂਦੀ ਰੋਂਦੀ ਘਰ ਆ ਗਈ। ਮੇਰਾ ਤੇ ਸੁਰਜੀਤ ਦਾ ਰਿਸ਼ਤਾ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਹੀ ਖਤਮ ਹੋਣ ਵਾਲਾ ਸੀ। ਇਹ ਸੋਚਦੇ ਸੋਚਦੇ ਮੇਰੀ ਤਬੀਅਤ ਵਿਗੜਨ ਲੱਗੀ, ਪਰ ਮੈਨੂੰ ਉਸ ਦੀ ਫਿਕਰ ਸੀ ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਸਾਰੀ ਰਾਤ ਰੋ ਰੋ ਕੇ ਕੱਢੀ। ਸਵੇਰ ਹੁੰਦੇ ਹੀ ਮੇਰੀ ਸਹੇਲੀ, ਜਾਣੀ ਕਿ ਰਿਸ਼ਤੇ ਵਿੱਚ ਲੱਗਦੀ ਮੇਰੀ ਨਨਾਣ, ਆ ਗਈ। ਉਹ ਮੈਨੂੰ ਸਮਝਾ ਬੁਝਾ ਕੇ ਚਲੀ ਗਈ, ਪਰ ਮੈਨੂੰ ਆਪਣੀ ਸਹੇਲੀ ਦੀ ਗੱਲ ਤੇ ਬਿਲਕੁਲ ਯਕੀਨ ਨਹੀਂ ਸੀ। ਆਖਿਰ ਉਹ ਇਹ ਸਭ ਕਿਵੇਂ ਠੀਕ ਕਰੂਗੀ? ਕਿਤੇ ਮੇਰੇ ਦਿਮਾਗ ਵਿੱਚ ਆਉਂਦਾ ਕਿ ਕਿਤੇ ਮੇਰਾ ਸਹੁਰਾ ਸਾਹਿਬ ਨੇ ਤਾਂ ਨਹੀਂ ਮੇਰੇ ਨਾਲ ਕੁਝ ਗਲਤ ਕਰ ਦਿੱਤਾ, ਕਿਉਂਕਿ ਉਸ ਘਰ ਵਿੱਚ ਸੁਰਜੀਤ ਤੋਂ ਇਲਾਵਾ ਮੇਰੇ ਸਹੁਰਾ ਸਾਹਿਬ ਹੀ ਰਹਿੰਦੇ ਸੀ ਜੋ ਮੇਰੇ ਨੇੜੇ ਸੀ। ਇਹ ਸੋਚ ਕੇ ਮੈਂ ਪਾਗਲ ਹੋਣ ਕਿਨਾਰੇ ਸੀ ਕਿ ਤੀਜੇ ਕੁ ਦਿਨ ਮੇਰੀ ਨਨਾਣ, ਜਾਣੀ ਕਿ ਮੇਰੀ ਸਹੇਲੀ ਤੇ ਸੁਰਜੀਤ ਮੈਨੂੰ ਲੈਣ ਆ ਗਏ। ਸੁਰਜੀਤ ਨੂੰ ਦਰਵਾਜ਼ੇ ਦੇ ਦੇਖ ਕੇ ਮੈਂ ਹੈਰਾਨ ਹੋ ਗਈ। ਆਖਿਰ ਸੁਰਜੀਤ ਮੈਨੂੰ ਲੈਣ ਕਿਵੇਂ ਆ ਗਿਆ? ਲੇਕਿਨ ਮੇਰੇ ਲਈ ਇਹ ਤਾਂ ਸਿਰਫ ਇੰਨਾ ਹੀ ਕਾਫੀ ਸੀ ਕਿ ਮੈਨੂੰ ਦੁਬਾਰਾ ਸੁਰਜੀਤ ਦੀ ਜ਼ਿੰਦਗੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਸੀ। ਮੈਂ ਬਿਨਾਂ ਕੁਝ ਬੋਲੇ ਗੱਡੀ ਵਿੱਚ ਬੈਠ ਗਈ। ਘਰ ਜਾ ਕੇ ਦੇਖਿਆ ਤਾਂ ਘਰ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ। ਸਹੁਰਾ ਸਾਹਿਬ ਨੇ ਬੜੀ ਖੁਸ਼ੀ ਨਾਲ ਮੇਰਾ ਸਵਾਗਤ ਕੀਤਾ। ਇਹ ਸਭ ਦੇਖ ਕੇ ਮੈਂ ਹੈਰਾਨ ਸੀ। ਮੇਰੀ ਸਹੇਲੀ ਨੇ ਮੈਨੂੰ ਬੜੇ ਪਿਆਰ ਨਾਲ ਗੱਲ ਲਾਇਆ ਤੇ ਮੈਨੂੰ ਕਿਹਾ, ਤੇਰਾ ਬਹੁਤ ਬਹੁਤ ਸ਼ੁਕਰੀਆ, ਤੂੰ ਮੈਨੂੰ ਭੂਆ ਬਣਨ ਦਾ ਮੌਕਾ ਦਿੱਤਾ। ਮੈਂ ਹੈਰਾਨੀ ਨਾਲ ਇੱਕ ਨਜ਼ਰ ਸੁਰਜੀਤ ਤੇ ਪਾਈ। ਉਹ ਉਂਝ ਨੀਵੀਂ ਪਾਏ ਖੜੇ ਸੀ। ਫਿਰ ਮੇਰੀ ਨਨਾਣ ਮੈਨੂੰ ਸਾਰਾ ਸੱਚ ਦੱਸਣ ਲੱਗੀ ਕਿ ਪਾਪਾ ਨੂੰ ਤੇਰੇ ਉੱਪਰ ਪੂਰਾ ਵਿਸ਼ਵਾਸ ਸੀ ਕਿ ਤੂੰ ਬਹੁਤ ਵਧੀਆ ਕੁੜੀ ਹੈ, ਕਦੇ ਕੁਝ ਗਲਤ ਨਹੀਂ ਕਰ ਸਕਦੀ। ਪਾਪਾ ਨੇ ਸੁਰਜੀਤ ਨੂੰ ਸਮਝਾਇਆ ਤੇ ਉਸ ਲੇਡੀ ਡਾਕਟਰ ਕੋਲ ਗਏ ਜਿਸ ਨੇ ਪਹਿਲਾਂ ਦੱਸਿਆ ਸੀ ਕਿ ਸੁਰਜੀਤ ਕਦੇ ਬਾਪ ਨਹੀਂ ਬਣ ਸਕਦਾ। ਲੇਡੀ ਡਾਕਟਰ ਸੁਰਜੀਤ ਨੂੰ ਦੇਖ ਕੇ ਪਹਿਚਾਣ ਗਈ। ਜਦੋਂ ਸੁਰਜੀਤ ਨੇ ਉਸ ਨੂੰ ਦੱਸਿਆ ਕਿ ਮੇਰੀ ਪਤਨੀ ਪ੍ਰੈਗਨੈਂਟ ਹੈ ਤਾਂ ਲੇਡੀ ਡਾਕਟਰ ਨੇ ਕਿਹਾ, ਮੈਨੂੰ ਮਾਫ਼ ਕਰ ਦਿਓ, ਤੁਹਾਡੇ ਅੰਦਰ ਕੋਈ ਕਮੀ ਨਹੀਂ ਹੈ। ਤੁਹਾਡੀ ਪਹਿਲੀ ਪਤਨੀ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੀ ਸੀ, ਇਸ ਕਰਕੇ ਉਸ ਨੇ ਮੈਨੂੰ ਪੈਸੇ ਦੇ ਕੇ ਤੇਰੀ ਝੂਠੀ ਰਿਪੋਰਟ ਬਣਵਾਈ ਸੀ ਤਾਂ ਉਹ ਤੈਨੂੰ ਤਲਾਕ ਦੇ ਸਕੇ। ਮੇਰੀ ਸਹੇਲੀ ਨੇ ਇਹ ਸਭ ਮੈਨੂੰ ਦੱਸ ਕੇ ਫਿਰ ਤੋਂ ਸੁਰਜੀਤ ਦੀ ਜ਼ਿੰਦਗੀ ਵਿੱਚ ਜਾਣ ਦਾ ਮੌਕਾ ਦੇ ਦਿੱਤਾ, ਨਹੀਂ ਤਾਂ ਮੈਂ ਸੋਚ ਕੇ ਹੀ ਮਰ ਜਾਣਾ ਸੀ ਕਿ ਇਹ ਬੱਚਾ ਕਿਸ ਦਾ ਹੈ। ਮੈਂ ਤਾਂ ਆਪਣੇ ਪਿਓ ਵਰਗੇ ਸਹੁਰਾ ਸਾਹਿਬ ਤੇ ਵੀ ਸ਼ੱਕ ਕਰਨ ਲੱਗ ਗਈ ਸੀ। ਸੁਰਜੀਤ ਮੇਰੇ ਤੋਂ ਆਪਣੇ ਕੀਤੇ ਦੀ ਮਾਫ਼ੀ ਮੰਗਣ ਲੱਗੇ, ਪਰ ਮੈਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਸੀ, ਕਿਉਂਕਿ ਉਸ ਦੀ ਜਗ੍ਹਾ ਕੋਈ ਵੀ ਹੁੰਦਾ ਤਾਂ ਸ਼ਾਇਦ ਇਹੀ ਕਰਦਾ। ਮੇਰਾ ਸਹੁਰਾ ਸਾਹਿਬ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਸੋ ਦੋਸਤੋ, ਸਾਡੇ ਰਿਸ਼ਤੇ ਕਿੰਨੇ ਨਾਜ਼ੁਕ ਹੁੰਦੇ ਆ, ਜਿਨ੍ਹਾਂ ਨੂੰ ਬੜੇ ਪਿਆਰ ਨਾਲ ਸੰਭਾਲ ਕੇ ਰੱਖਣਾ ਪੈਂਦਾ। ਕਦੇ ਇਨਸਾਨ ਦੀ ਮਾਮੂਲੀ ਜਿਹੀ ਗਲਤੀ ਨਾਲ ਸਾਰੇ ਰਿਸ਼ਤੇ ਸ਼ੀਸ਼ੇ ਦੀ ਤਰ੍ਹਾਂ ਟੁੱਟ ਕੇ ਚੂਰ-ਚੂਰ ਹੋ ਜਾਂਦੇ ਆ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।